ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭਨਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਅਸੀਂ ਪਰਮੇਸ਼ਰ ਪਿਤਾ ਦਾ ਧੰਨਵਾਦ ਕਰਦੇ ਹਾਂ ਕਿ ਉਹਨੇ ਸਾਡੇ ਉੱਤੇ ਕਿਰਪਾ ਕੀਤੀ ਅਤੇ ਸਾਨੂੰ ਇੱਕ ਹੋਰ ਮੌਕਾ ਬਖਸ਼ਿਆ ਕਿ ਅਸੀਂ ਉਹਦੇ ਵਚਨ ਨੂੰ ਲੈ ਕੇ ਇੱਕ ਵਾਰੀ ਫਿਰ ਤੋਂ ਤੁਹਾਡੇ ਨਾਲ ਰੂਬਰੂ ਹੋਏ ਹਾਂ। ਦੋਸਤੋ, ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਲਾਲਸਾ ਦੇ ਉੱਤੇ ਵਿਚਾਰ ਕਰ ਰਹੇ ਸੀ। ਅਸੀਂ ਲਾਲਸਾ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਸਾਨੂੰ ਲਾਲਸਾ ਨੂੰ ਸਮਝਣ ਦੀ ਲੋੜ ਹੈ, ਕਿਉਂਕਿ ਜੇਕਰ ਅਸੀਂ ਇਸ ਨੂੰ ਸਮਾਂ ਰਹਿੰਦੇ ਹੋਏ ਨਹੀਂ ਨਜਿੱਠਦੇ ਤਾਂ ਇਹ ਸਾਡੇ ਪਰਿਵਾਰਾਂ ਦੇ ਵਿੱਚ ਫਰਕ ਪਾ ਸਕਦੀ ਹੈ। ਲਾਲਸਾ ਇੱਕ ਅਜਿਹੀ ਤੀਬਰ ਇੱਛਾ ਹੈ ਜਿਸ ਦੇ ਵਿੱਚ ਤਤਕਾਲ ਸੰਤੁਸ਼ਟੀ ਦੀ ਦਰਕਾਰ ਹੁੰਦੀ ਹੈ। ਆਪਣੇ ਸਵਾਰਥ ਦੀ ਪੂਰਤੀ ਦੇ ਲਈ ਕੀਤੀ ਗਈ ਲਾਲਸਾ ਖਤਰਨਾਕ ਹੁੰਦੀ ਹੈ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਲਾਲਸਾ ਦੇ ਬਾਕੀ ਦੇ ਹਿੱਸੇ ਨੂੰ ਸਮਝਣ ਦੇ ਲਈ ਆਪਣੇ ਅੱਜ ਦੇ ਅਧਿਐਨ ਨੂੰ ਜਾਰੀ ਰੱਖਾਂਗੇ। ਲਾਲਸਾ ਦੀ ਇੱਕ ਮੁੱਖ ਸਮੱਸਿਆ ਇਹ ਹੈ ਕਿ ਇਹ ਉਸ ਮਨੁੱਖ ਦਾ ਨਾਸ਼ ਕਰ ਦਿੰਦੀ ਹੈ ਜੋ ਉਸ ਦਾ ਅਭਿਆਸ ਕਰਦਾ ਹੈ। ਦੋਸਤੋ, ਆਓ ਫਿਰ ਬਿਨਾਂ ਸਮਾਂ ਗਵਾਏ ਆਪਣੇ ਅਧਿਐਨ ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹਾਂ। ਅੱਜ ਦਾ ਸਮਾਜ ਪੁੱਠੀਆਂ ਗੱਲਾਂ ਦੀ ਆਵਾਜ਼ ਦੇ ਰਿਹਾ ਹੈ। ਇਹ ਗਲਤ ਹੈ। ਲਾਲਸਾ ਵਿਅਕਤੀ ਨੂੰ ਇਸ ਤਰ੍ਹਾਂ ਇਸਤੇਮਾਲ ਕਰਦੀ ਹੈ ਜਿਸ ਤਰ੍ਹਾਂ ਚੁੱਕ ਕੇ ਸੁੱਟਣ ਵਾਲੀ ਚੀਜ਼ ਹੈ। ਪ੍ਰੇਮ ਜਾਣਦਾ ਹੈ ਕਿ ਵਿਅਕਤੀ ਦੀ ਰਚਨਾ ਪਰਮੇਸ਼ਰ ਨੇ ਆਪਣੇ ਸਰੂਪ ਉੱਤੇ ਕੀਤੀ ਹੈ। ਭਾਗ ਐੜਾ, ਲਾਲਸਾ ਉਸ ਮਨੁੱਖ ਨੂੰ ਨਾਸ਼ ਕਰ ਦਿੰਦੀ ਹੈ ਜੋ ਇਸ ਦਾ ਅਭਿਆਸ ਕਰਦਾ ਹੈ। ਮੈਨੂੰ ਇੱਕ ਦੂਜੀ ਗੱਲ ਦੱਸਣ ਦਿਓ ਜਿਹੜੀ ਇੱਕ ਲਾਲਸਾ ਦੀ ਸਮੱਸਿਆ ਹੈ। ਉਹ ਇਹ ਹੈ ਕਿ ਉਸ ਮਨੁੱਖ ਦਾ ਨਾਸ਼ ਕਰ ਦਿੰਦੀ ਹੈ ਜੋ ਇਸ ਦਾ ਅਭਿਆਸ ਕਰਦਾ ਹੈ। ਲਾਲਸਾ ਉਹ ਚੀਜ਼ ਨਹੀਂ ਜਿਸ ਤੇ ਮਨੁੱਖ ਕਾਬੂ ਪਾ ਲੈਂਦਾ ਹੈ। ਲਾਲਸਾ ਦੀ ਸਮੱਸਿਆ ਇਹ ਹੈ ਕਿ ਇਹ ਤੀਬਰ ਭੁੱਖ ਪੈਦਾ ਕਰਦੀ ਹੈ। ਜਿਹੜੇ ਲੋਕ ਇਸ ਦੇ ਜਾਲ ਵਿੱਚ ਫਸ ਜਾਂਦੇ ਹਨ ਉਹ ਆਪਣੇ ਆਪ ਨੂੰ ਇਸ ਦੇ ਕੈਦੀ ਸਮਝਦੇ ਹਨ। ਮੈਂ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਅਸੀਂ ਇਸ ਤੋਂ ਛੁਟਕਾਰਾ ਪਾਉਣ ਲਈ ਬਹੁਤ ਯਤਨ ਕਰਦੇ ਹਾਂ, ਪਰ ਛੁਟਕਾਰਾ ਨਹੀਂ ਲੈ ਪਾਉਂਦੇ। ਜੇ ਤੁਸੀਂ ਜਿੰਨੇ ਵੀ ਵੱਡੇ ਅਪਰਾਧ ਅੱਜ ਤੱਕ ਹੋਏ ਹਨ ਉਹਨਾਂ ਦੀ ਕਹਾਣੀ ਪੜ੍ਹੋ ਤਾਂ ਤੁਸੀਂ ਵਿਸ਼ਵਾਸ ਨਹੀਂ ਕਰੋਗੇ ਕਿ ਸ਼ੁਰੂ ਵਿੱਚ ਉਹ ਕੋਈ ਖਾਸ ਸਮੱਸਿਆ ਨਜ਼ਰ ਨਹੀਂ ਆਉਂਦੀ ਸੀ ਕਿ ਇਹ ਇੱਕ ਦਿਨ ਬਹੁਤ ਵੱਡੀ ਸਮੱਸਿਆ ਬਣ ਜਾਵੇਗੀ। ਉਹ ਉਸ ਤੋਂ ਛੁਟਕਾਰਾ ਨਹੀਂ ਪਾ ਸਕਣਗੇ। ਮੈਂ ਕੁਝ ਪਿਛਲੇ ਹਫ਼ਤੇ ਪੜ੍ਹਿਆ ਜਿਸ ਨੇ ਮੈਨੂੰ ਇਸ ਬਾਰੇ ਸਮਝਣ ਦੀ ਮਦਦ ਕੀਤੀ। ਇੱਕ ਮਹਾਨ ਹਸਤੀ ਪੌਲ ਹਾਰਵੇ ਇੱਕ ਕਹਾਣੀ ਦੱਸਦਾ ਹੈ ਕਿ ਕਿਵੇਂ ਇੱਕ ਆਈਸਕੀਮੋ ਨੇ ਬਘਿਆੜ ਨੂੰ ਮਾਰਿਆ। ਇੱਕ ਭੂਰੇ ਰੰਗ ਦਾ ਛੋਟਾ ਸੀ, ਪਰ ਸੁਣੋ, ਤੁਸੀਂ ਕਾਰਨ ਸਮਝ ਜਾਓਗੇ ਜੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ। ਸਭ ਤੋਂ ਪਹਿਲਾਂ ਆਈਸਕੀਮੋ ਨੇ ਛੁਰੇ ਨੂੰ ਜਾਨਵਰ ਦੇ ਲਹੂ ਨਾਲ ਲਵੇੜ ਦਿੱਤਾ ਅਤੇ ਇਸ ਨੂੰ ਸੁੱਕਣ ਦਿੱਤਾ। ਤਦ ਸ਼ਿਕਾਰੀ ਨੇ ਉਸ ਨੂੰ ਧਰਤੀ ਵਿੱਚ ਇੰਝ ਗੱਡ ਦਿੱਤਾ ਕਿ ਉਸ ਦਾ ਤੇਜ਼ ਧਾਰ ਵਾਲਾ ਹਿੱਸਾ ਉੱਪਰ ਰਹੇ। ਇਹ ਕਰਨ ਤੋਂ ਪਹਿਲਾਂ ਉਸਨੇ ਛੁਰੇ ਨੂੰ ਖੂਨ ਵਿੱਚ ਡੁਬੋਇਆ ਅਤੇ ਸੁਕਾਇਆ। ਇੰਝ ਕਰਦੇ ਹੋਏ ਖੂਨ ਦੀਆਂ ਕਈ ਤਹਿਾਂ ਉਸ ਉੱਪਰ ਜੰਮ ਗਈਆਂ। ਜਦ ਬਘਿਆੜ ਨੇ ਖੂਨ ਦੀ ਮਹਿਕ ਆਪਣੇ ਨੱਕ ਵਿੱਚ ਮਹਿਸੂਸ ਕੀਤੀ ਤਾਂ ਇਸ ਦੀ ਖੋਜ ਕਰਦਿਆਂ ਹੋਏ ਦੱਬੇ ਹੋਏ ਛੁਰੇ ਤੱਕ ਪਹੁੰਚ ਗਿਆ ਅਤੇ ਇਸ ਨੂੰ ਚੱਟਣਾ ਸ਼ੁਰੂ ਕਰ ਦਿੱਤਾ। ਇਹ ਤਾਜ਼ਾ ਜੰਮਿਆ ਹੋਇਆ ਖੂਨ ਉਸ ਨੂੰ ਸਵਾਦ ਲੱਗਾ ਅਤੇ ਉਹ ਇਸ ਨੂੰ ਹੋਰ ਜ਼ਿਆਦਾ ਤਾਕਤ ਨਾਲ ਜਲਦੀ ਚੱਟਦਾ ਗਿਆ ਜਦ ਤੱਕ ਕਿ ਛੁਰੇ ਦੀ ਤੇਜ਼ ਧਾਰ ਨੰਗੀ ਨਹੀਂ ਹੋ ਗਈ। ਉਹ ਇਸ ਨੂੰ ਵੀ ਖਾਣ ਦੀ ਕੋਸ਼ਿਸ਼ ਕਰਦਾ ਰਿਹਾ। ਉਸ ਨੂੰ ਖੂਨ ਪੀਣ ਦੀ ਇੰਨੀ ਲੱਤ ਲੱਗੀ ਸੀ ਕਿ ਉਹ ਛੁਰੇ ਦੀ ਤੇਜ਼ ਧਾਰ ਨੂੰ ਵੀ ਉਸ ਦੀ ਜ਼ੁਬਾਨ ਨੂੰ ਕੱਟ ਰਹੀ ਸੀ। ਮਹਿਸੂਸ ਨਾ ਕਰ ਸਕਿਆ। ਉਹ ਇਸ ਨੂੰ ਮਹਿਸੂਸ ਨਾ ਕਰ ਸਕਿਆ ਕਿ ਆਪਣੀ ਜ਼ੁਬਾਨ ਦਾ ਖੂਨ ਆਪ ਹੀ ਚੱਟੀ ਜਾ ਰਿਹਾ ਹੈ। ਉਸ ਦੀ ਲਹੂ ਪੀਣ ਦੀ ਇੱਛਾ ਇੰਨੀ ਵੱਧਦੀ ਚਲੀ ਗਈ ਜਦ ਤੱਕ ਉਹ ਮਰ ਨਾ ਗਿਆ। ਇਹ ਇੱਕ ਬੜੀ ਭਿਆਨਕ ਗੱਲ ਹੈ ਕਿ ਅੱਜ ਲੋਕ ਲਾਲਸਾ ਵਿੱਚ ਫਸ ਕੇ ਆਪਣੇ ਆਪ ਨੂੰ ਖਤਮ ਕਰਦੇ ਜਾ ਰਹੇ ਹਨ। ਸਿਰਫ ਪਰਮੇਸ਼ਰ ਦਾ ਅਨੁਗ੍ਰਹਿ ਸਾਨੂੰ ਬਘਿਆੜ ਤੋਂ ਬਚਾ ਸਕਦਾ ਹੈ। ਹੁਣ ਇੱਕ ਹੋਰ ਉਦਾਹਰਨ ਦਿੰਦਾ ਹਾਂ ਜੋ ਤੁਹਾਨੂੰ ਸਮਝਣ ਵਿੱਚ ਮਦਦ ਕਰੇਗੀ। ਕਰੈਗ ਲਾਰਸਨ ਨੇ ਇੱਕ ਮੈਗਜ਼ੀਨ ਲੀਡਰਸ਼ਿਪ ਵਿੱਚ ਆਖਿਆ ਕਿ ਜਦ ਉਹ ਬੱਚਾ ਸੀ ਉਸ ਨੇ ਇੱਕ ਫਿਲਮ ਵੇਖੀ ਜਿਸ ਦੇ ਵਿੱਚ ਇੱਕ ਸਮੁੰਦਰੀ ਜਹਾਜ਼ ਦੀ ਟੱਕਰ ਨਾਲ ਕੁਝ ਆਦਮੀ ਸਮੁੰਦਰ ਵਿੱਚ ਕਿਸ਼ਤੀ ਦੇ ਅੰਦਰ ਬਿਨਾਂ ਕਿਸੇ ਮਕਸਦ ਦੇ ਪਾਣੀ ਦੀ ਧਾਰ ਨਾਲ ਬਹਿ ਰਹੇ ਸਨ। ਜਿਸ ਤਰ੍ਹਾਂ ਦਿਨ ਬੀਤਦੇ ਗਏ ਉਹ ਸੂਰਜ ਦੀ ਗਰਮੀ ਨਾਲ ਝੁਲਸ ਰਹੇ ਸਨ। ਉਹਨਾਂ ਦਾ ਖਾਣ ਦਾ ਸਮਾਨ ਅਤੇ ਤਾਜ਼ਾ ਪਾਣੀ ਖਤਮ ਹੋ ਗਿਆ ਅਤੇ ਉਹ ਪਾਣੀ ਦੇ ਪਿਆਸ ਲਈ ਬੇਹੋਸ਼ੀ ਦੀ ਹਾਲਤ ਵਿੱਚ ਪਹੁੰਚ ਰਹੇ ਸਨ। ਇੱਕ ਰਾਤ ਜਦ ਸਭ ਸੋ ਰਹੇ ਸਨ ਤਾਂ ਇੱਕ ਆਦਮੀ ਨੇ ਪੁਰਾਣੀ ਚੁਣੌਤੀਆਂ ਨੂੰ ਯਾਦ ਕਰਦੇ ਹੋਏ ਨਮਕ ਵਾਲਾ ਪਾਣੀ ਗਟਾਗਟ ਕਰਕੇ ਪੀ ਲਿਆ
ਅਤੇ ਉਸੇ ਵੇਲੇ ਮਰ ਗਿਆ। ਸਮੁੰਦਰੀ ਪਾਣੀ ਵਿੱਚ 7 ਗੁਣਾ ਉਸ ਤੋਂ ਜ਼ਿਆਦਾ ਨਮਕ ਹੁੰਦਾ ਹੈ, ਜਿੰਨਾ ਕਿ ਸਾਡਾ ਸਰੀਰ ਸਹਿ ਸਕਦਾ ਹੈ। ਇਸ ਪਾਣੀ ਨੂੰ ਪੀਣ ਤੋਂ ਬਾਅਦ ਵਿਅਕਤੀ ਦੇ ਅੰਦਰ ਦਾ ਪਾਣੀ ਸੁੱਕ ਜਾਂਦਾ ਹੈ, ਕਿਉਂ ਜੋ ਗੁਰਦੇ ਪਾਣੀ ਦੀ ਮੰਗ ਕਰਦੇ ਹਨ ਤਾਂ ਕਿ ਇੰਨੇ ਸਾਰੇ ਨਮਕ ਨੂੰ ਧੋ ਸਕਣ, ਅਤੇ ਜਿੰਨਾ ਤੁਸੀਂ ਨਮਕ ਦਾ ਪਾਣੀ ਪੀਓਗੇ ਉਨਾ ਹੀ ਜ਼ਿਆਦਾ ਪਿਆਸ ਮਹਿਸੂਸ ਕਰੋਗੇ। ਅਸਲ ਵਿੱਚ ਉਹ ਪਿਆਸ ਦੇ ਕਾਰਨ ਮਰ ਜਾਂਦਾ ਹੈ। ਜਦ ਅਸੀਂ ਲਾਲਸਾ ਕਰਦੇ ਹਾਂ ਤਾਂ ਅਸੀਂ ਇਸ ਆਦਮੀ ਦੀ ਤਰ੍ਹਾਂ ਹੁੰਦੇ ਹਾਂ। ਅਸੀਂ ਕਿਸੇ ਖਤਰਨਾਕ ਚੀਜ਼ ਦੀ ਚੋਣ ਕਰ ਲੈਂਦੇ ਹਾਂ ਕਿ ਇਹ ਸਾਡੀ ਪਿਆਸ ਨੂੰ ਬੁਝਾ ਦੇਵੇਗੀ। ਅਸੀਂ ਇਸ ਗੱਲ ਦਾ ਅਹਿਸਾਸ ਕਰਦੇ ਹਾਂ ਕਿ ਜਿਸ ਚੀਜ਼ ਦੀ ਸਾਨੂੰ ਜ਼ਰੂਰਤ ਹੈ ਇਹ ਉਸ ਦੇ ਉਲਟ ਕੰਮ ਕਰੇਗੀ। ਸੱਚ ਤਾਂ ਇਹ ਹੈ ਕਿ ਸਾਨੂੰ ਮੌਤ ਦੇ ਸਕਦੀ ਹੈ। ਇਸ ਲਈ ਇੰਨਾ ਕਹਿਣਾ ਹੀ ਬਹੁਤ ਨਹੀਂ, ਤੁਸੀਂ ਇਸ ਬਾਰੇ ਚਿੰਤਾ ਨਹੀਂ ਕਰਦੇ। ਇਹ ਛੋਟੀ ਜਿਹੀ ਖੇਡ ਤੁਸੀਂ ਆਪਣੇ ਦਿਮਾਗ ਵਿੱਚ ਖੇਡਦੇ ਹੋ। ਲਾਲਸਾ, ਜੇ ਇਸ ਦਾ ਇਨਸਾਨੀ ਤਰੀਕੇ ਨਾਲ ਸਾਹਮਣਾ ਨਾ ਕੀਤਾ ਜਾਏ ਤਾਂ ਇਹ ਤੁਹਾਡੇ ਨਾਸ਼ ਕਰ ਦੇਵੇਗੀ। ਨਤੀਜੇ ਦੱਸਦੇ ਹਨ ਕਿ ਇਹ ਬਾਰ-ਬਾਰ ਹੁੰਦਾ ਜਾ ਰਿਹਾ ਹੈ। ਕਈ ਪਰਿਵਾਰ ਨਾਸ਼ ਹੋ ਚੁੱਕੇ ਹਨ। ਇਹ ਕਦੇ ਕਲੀਸਿਆ ਨੂੰ ਵੀ ਨਾਸ਼ ਕਰ ਸਕਦੀ ਹੈ। ਇਸ ਦੀ ਤੇਜ਼ ਧਾਰ ਨਾਸ਼ ਕਰਨ ਵਾਲੀ ਹੈ। ਇਹ ਸਭ ਕਹਿਣ ਦੇ ਬਾਵਜੂਦ ਸੰਦੇਸ਼ ਵਿੱਚ ਹੁਣ ਮੇਰੇ ਕੋਲ ਇਸ ਤੋਂ ਅੱਛੀ ਕਹਾਣੀ ਨਹੀਂ। ਬਸ ਇੰਨਾ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਉਸ ਤਾਕਤ ਨੂੰ ਤੋੜ ਦਿਓ ਜੋ ਮੇਰੀ ਗੱਲ ਕਰਨ ਤੋਂ ਮਨਾ ਕਰਦੀ ਹੈ। ਮੈਂ ਤੁਹਾਨੂੰ ਦੱਸਣ ਦੀ ਜ਼ਰੂਰਤ ਸਮਝਦਾ ਹਾਂ ਕਿ ਇਹ ਸੰਦੇਸ਼ ਮੇਰੇ ਕੋਲ ਆਇਆ ਹੈ। ਤੁਸੀਂ ਸੱਚਮੁੱਚ ਇਸ ਬਾਰੇ ਮੇਰੇ ਨਾਲ ਗੱਲਬਾਤ ਕਰਨੀ ਨਹੀਂ ਚਾਹੁੰਦੇ, ਅਤੇ ਪਰਮੇਸ਼ਰ ਨੇ ਇਹ ਗੱਲਬਾਤ ਇਸ ਲਈ ਨਹੀਂ ਕੀਤੀ ਕਿ ਅਸੀਂ ਇਸ ਨੂੰ ਛੱਡ ਕੇ ਅੱਗੇ ਵੱਧ ਜਾਈਏ। ਉਹ ਸਾਡੀ ਸਹਾਇਤਾ ਕਰਨਾ ਚਾਹੁੰਦਾ ਹੈ। ਅੱਜ ਦੇ ਜਵਾਨ ਬੱਚਿਆਂ ਲਈ ਜ਼ਰੂਰਤ ਹੈ ਕਿ ਉਹ ਸੁਣ ਕੇ ਪਰਮੇਸ਼ਰ ਕੀ ਚਾਹੁੰਦਾ ਹੈ। ਤੁਸੀਂ ਲੋਕਾਂ ਦੀਆਂ ਗੱਲਾਂ ਸੁਣੋਗੇ, ਤੁਸੀਂ ਰੋਜ਼ ਸੁਣੋਗੇ, ਉਹਨਾਂ ਦੀਆਂ ਗੱਲਾਂ ਤੁਹਾਨੂੰ ਨਸ਼ਟ ਕਰ ਦੇਣਗੀਆਂ। ਸ਼ਾਇਦ ਹੀ ਕੋਈ ਆਦਮੀ ਤੁਹਾਨੂੰ ਆਖੇਗਾ ਕਿ ਪਰਮੇਸ਼ਰ ਕੀ ਕਹਿੰਦਾ ਹੈ। ਇਸ ਲਈ ਮੈਂ ਤੁਹਾਡੇ ਨਾਲ ਇਸ ਬਾਰੇ ਗੱਲਬਾਤ ਕੀਤੀ ਹੈ ਕਿ ਇਹ ਕੀ ਹੈ ਅਤੇ ਇਸ ਨਾਲ ਕੀ ਗਲਤ ਹੈ। ਅਸੀਂ ਇਸ ਬਾਰੇ ਕੀ ਕਰਦੇ ਹਾਂ। ਫੈਸਲਾ। ਮੈਂ ਇਸ ਹਫ਼ਤੇ ਜੋ ਪਰਮੇਸ਼ਰ ਦੇ ਵਚਨ ਪੜ੍ਹੇ ਉਸ ਦੇ ਬਾਰੇ ਆਪਣੇ ਵਿਚਾਰ ਦੱਸਣਾ ਚਾਹੁੰਦਾ ਹਾਂ ਅਤੇ ਸੋਚਦਾ ਹਾਂ ਉਹ ਤੁਹਾਡੀ ਸਹਾਇਤਾ ਕਰਨਗੇ। ਨੰਬਰ 1, ਬੁਨਿਆਦੀ ਕਦਮ ਹੁਣੇ ਹੀ ਚੁੱਕੋ। ਕੀ ਤੁਸੀਂ ਪੜ੍ਹਿਆ ਕਿ ਯਿਸੂ ਨੇ ਕੀ ਆਖਿਆ ਹੈ? ਯਿਸੂ ਨੇ ਆਖਿਆ ਹੈ, ਔਰ ਜੇ ਤੇਰੀ ਸੱਜੀ ਅੱਖ ਠੋਕਰ ਖਵਾਵੇ ਤਾਂ ਉਹਨੂੰ ਕੱਢ ਕੇ ਆਪਣੇ ਕੋਲੋਂ ਸੁੱਟ ਦੇ। ਜੇ ਤੇਰਾ ਸੱਜਾ ਹੱਥ ਤੈਨੂੰ ਠੋਕਰ ਖਵਾਵੇ ਤਾਂ ਉਹਨੂੰ ਵੱਢ ਕੇ ਆਪਣੇ ਕੋਲੋਂ ਸੁੱਟ ਦੇ। ਇਹੀ ਗੱਲ ਇਸ ਸੰਦੇਸ਼ ਵਿੱਚ ਹੈ। ਪ੍ਰਭੂ, ਤੂੰ ਦੱਸ, ਤੂੰ ਚਾਹੁੰਦਾ ਹੈ ਕਿ ਅਸੀਂ ਇੱਕ ਅੱਖ ਤੇ ਪੱਟੀ ਬੰਨ੍ਹ ਕੇ ਚੱਲੀਏ? ਮੈਂ ਤੁਹਾਨੂੰ ਯਾਦ ਕਰਾਂਦਾ ਹਾਂ, ਫਰੀਸੀਆਂ ਨੂੰ ਵੀ ਇਸ ਗੱਲ ਤੋਂ ਚੋਟ ਲੱਗੀ, ਜਿਨ੍ਹਾਂ ਨੇ ਇਸ ਗੱਲ ਦਾ ਉੱਤਰ ਇੰਜ ਸਮਝਿਆ ਕਿ ਅਸੀਂ ਆਪਣੇ ਆਪ ਨੂੰ ਗਲਤ ਰਾਹ ਤੇ ਪਾ ਰਹੇ ਹਾਂ। ਜਦੋਂ ਪਹਿਲੀ ਵਾਰ ਪਿਛਲੇ ਸਮੇਂ ਵਿੱਚ ਇਹ ਗੱਲ ਸਿਖਾਈ ਗਈ, ਉਹ ਵੀ ਕੱਟੜਪੰਥੀਆਂ ਵਿੱਚ, ਉਹਨਾਂ ਨੇ ਇਸ ਨੂੰ ਅੱਖਰ ਦੇ ਅਨੁਸਾਰ ਇਸ ਨੂੰ ਸੋਚਿਆ ਜੋ ਯਿਸੂ ਨੇ ਆਖਿਆ। ਉਹਨਾਂ ਨੂੰ ਗੁੱਸੇ ਵਿੱਚ ਆਪਣੇ ਕੱਪੜੇ ਫਾੜੇ। ਇਹ ਉਸ ਤਰ੍ਹਾਂ ਨਹੀਂ ਜੋ ਯਿਸੂ ਆਖ ਰਿਹਾ ਹੈ। ਅਸਲ ਗੱਲ ਇਹ ਹੈ, ਜੋ ਯਤਨ ਕਰ ਰਿਹਾ ਸੀ, ਤੁਹਾਡੀ ਸੱਜੀ ਅੱਖ ਅਤੇ ਸੱਜਾ ਹੱਥ। ਅੱਖ ਅਤੇ ਹੱਥ ਦੋਵੇਂ ਸਰੀਰ ਦੇ ਮਹੱਤਵਪੂਰਨ ਅੰਗ ਹੈ। ਇਹਨਾਂ ਦੇ ਦੁਆਰਾ ਹੀ ਅਸੀਂ ਮਾਨਸਿਕ ਪ੍ਰੇਰਣਾ ਪ੍ਰਾਪਤ ਕਰਦੇ ਹਾਂ। ਹੱਥ ਉਹ ਹੀ ਕੰਮ ਕਰਦਾ ਹੈ ਜੋ ਤੁਹਾਡੀਆਂ ਅੱਖਾਂ ਵੇਖਦੀਆਂ ਹਨ। ਯਿਸੂ ਨੇ ਹੀ ਕਿਹਾ ਸੀ ਜਦੋਂ ਇਸ ਬਾਰੇ ਗੱਲ ਕਰ ਰਿਹਾ ਸੀ, ਤੁਸੀਂ ਇਸ ਨਾਲ ਤੀਬਰ ਯੁੱਧ ਕਰੋ ਜਿਹੜੀ ਚੀਜ਼ ਤੁਹਾਨੂੰ ਗਲਤ ਇੱਛਾ ਲਈ ਉਤੇਜਿਤ ਕਰਦੀ ਹੈ, ਚਾਹੁੰਦੀ ਹੈ ਕਿ ਤੁਸੀਂ ਇਸ ਨੂੰ ਅੰਨੇ ਮਨੁੱਖ ਵਾਂਗਰ ਸਵੀਕਾਰ ਕਰ ਲਵੋ। ਜਦ ਤੁਸੀਂ ਲਾਲਸਾ ਦੇ ਨਾਲ ਕਾਰ ਵਿੱਚ ਬੈਠ ਕੇ ਚਾਬੀ ਨਾਲ ਕਾਰ ਸਟਾਰਟ ਕਰਦੇ ਹੋ ਅਤੇ ਤੁਸੀਂ ਉਸ ਜਗ੍ਹਾ ਤੇ ਜਾਂਦੇ ਹੋ ਜਿੱਥੇ ਨਹੀਂ ਜਾਣਾ ਚਾਹੀਦਾ। ਇਸ ਦਾ ਇਸ ਤਰ੍ਹਾਂ ਸਾਹਮਣਾ ਕਰੋ ਕਿ ਤੁਸੀਂ ਆਪਣੇ ਅੰਗ ਨੂੰ ਕੱਟ ਦਿੱਤਾ ਹੈ। ਜੇ ਤੁਹਾਡੇ ਪੈਰ ਤੁਹਾਨੂੰ ਇਹ ਦਿਸ਼ਾ ਵੱਲ ਜਾਂਦੇ ਹਨ ਜਿੱਥੇ ਤੁਹਾਨੂੰ ਨਹੀਂ ਜਾਣਾ ਚਾਹੀਦਾ, ਉੱਥੇ ਉਹਨਾਂ ਨੂੰ ਜਾਣ ਨਾ ਦਿਓ। ਦੂਜੇ ਸ਼ਬਦਾਂ ਵਿੱਚ ਉਸ ਦਾ ਕਹਿਣ ਦਾ ਮਤਲਬ ਇਹ ਸੀ ਕਿ ਇਸ ਤਰ੍ਹਾਂ ਦੀਆਂ ਗਲਤ ਗੱਲਾਂ ਤੋਂ ਰੋਕ ਲਗਾਓ। ਇਹ ਇੱਕ ਖਤਰਨਾਕ ਮਾਮਲਾ ਹੈ। ਤੀਬਰਤਾ ਦੇ ਨਾਲ ਇਸ ਦਾ ਵਿਰੋਧ ਕਰੋ। ਰੋਮੀਓ 13:14 ਸਰੀਰ ਦੀਆਂ ਅਭਿਲਾਸ਼ਾਂ ਨੂੰ ਪੂਰਾ ਕਰਨ ਦਾ ਯਤਨ ਨਾ ਕਰੋ। ਲਾਲਸਾ ਨੂੰ ਆਪਣੇ ਜੀਵਨ ਵਿੱਚ ਨਾ ਆਉਣ ਦੇਵੋ। ਤੁਸੀਂ ਇਸ ਨੂੰ ਬਾਹਰ ਕਿਸ ਤਰ੍ਹਾਂ ਰੱਖ ਸਕਦੇ ਹੋ? ਤੁਸੀਂ ਲਾਲਸਾ ਨੂੰ ਬਾਹਰ ਨਹੀਂ ਰੱਖ ਸਕਦੇ। ਤੁਸੀਂ ਇਸ ਉਕਸਾਉਣ ਵਾਲੀ ਚੀਜ਼ ਨੂੰ ਬਾਹਰ ਨਹੀਂ ਰੱਖ ਸਕਦੇ, ਪਰ ਤੁਸੀਂ ਫੈਸਲਾ ਕਰ ਸਕਦੇ ਹੋ ਕਿ ਤੁਸੀਂ ਇਸ ਦਾ ਕਾਰਨ ਕੀ ਕਰਨ ਜਾ ਰਹੇ ਹੋ। ਮੈਂ ਬਹੁਤ ਸਮੇਂ ਪਹਿਲਾਂ ਇੱਕ ਕਵਿਤਾ ਪੜ੍ਹੀ ਸੀ ਜਿਸ ਨੇ ਮੈਨੂੰ ਇਸ ਬਾਰੇ ਸਮਝਾ ਦਿੱਤਾ ਸੀ। ਆਓ ਮੈਂ ਤੁਹਾਨੂੰ ਦੱਸਾਂ। ਦੋ ਕੁਦਰਤੀ ਚੀਜ਼ਾਂ ਮੇਰੀ ਛਾਤੀ ਵਿੱਚ ਹਨ, ਇੱਕ ਪਵਿੱਤਰ ਹੈ, ਇੱਕ ਅਪਵਿੱਤਰ ਹੈ। ਇੱਕ ਨੂੰ ਮੈਂ ਪਿਆਰ ਕਰਦਾ ਹਾਂ, ਇੱਕ ਨਾਲ ਮੈਂ ਨਫ਼ਰਤ ਕਰਦਾ ਹਾਂ। ਜਿਸ ਨੂੰ ਮੈਂ ਭੋਜਨ ਦਿੰਦਾ ਹਾਂ ਉਹ ਹੀ ਮੇਰੇ ਉੱਤੇ ਹਕੂਮਤ ਕਰੇਗੀ। ਕੀ ਤੁਸੀਂ ਇਸ ਕਵਿਤਾ ਨੂੰ ਸਮਝ ਗਏ ਹੋ? ਇਹ ਸੱਚਮੁੱਚ ਇਸ ਮਾਮਲੇ ਦੀ ਕੁੰਜੀ ਹੈ
ਕੀ ਨਹੀਂ ਹੈ। ਤੁਸੀਂ ਆਪਣੇ ਦਿਲ ਨੂੰ ਕੀ ਖੁਰਾਕ ਦੇ ਰਹੇ ਹੋ, ਤੁਸੀਂ ਆਪਣੇ ਦਿਮਾਗ ਨੂੰ ਕੀ ਖੁਰਾਕ ਦੇ ਰਹੇ ਹੋ। ਮਾਮਲਾ ਤਾਂ ਇਹ ਹੈ, ਤੁਸੀਂ ਜੋ ਕੁਝ ਵੀ ਕੰਪਿਊਟਰ ਦੇ ਅੰਦਰ ਰੱਖਦੇ ਹੋ ਉਸ ਦੇ ਅਨੁਸਾਰ ਹੀ ਉਹ ਤੁਹਾਡੇ ਜੀਵਨ ਦਾ ਫੈਸਲਾ ਕਰਦਾ ਹੈ। ਇਹ ਤੁਹਾਡੀ ਪਸੰਦ ਦਾ ਹੀ ਨਤੀਜਾ ਹੈ, ਜਦ ਕਿ ਤੁਸੀਂ ਇਸ 'ਤੇ ਕਾਬੂ ਪਾ ਸਕਦੇ ਹੋ। ਹੋ ਸਕਦਾ ਹੈ ਅਸੀਂ ਉਹਨਾਂ ਚੀਜ਼ਾਂ ਨੂੰ ਨਾ ਰੋਕ ਸਕੀਏ ਜੋ ਹੋਣ ਜਾ ਰਹੀਆਂ ਹਨ, ਪਰ ਜੇ ਸ਼ੁਰੂ ਵਿੱਚ ਹੀ ਅਸੀਂ ਇਹਨਾਂ ਦੇ ਪ੍ਰਤੀ ਬੁਨਿਆਦੀ ਕਦਮ ਚੁੱਕ ਲਈਏ ਤਾਂ ਅਸੀਂ ਕਈ ਚੀਜ਼ਾਂ ਤੋਂ ਰੋਕ ਲਗਾ ਸਕਦੇ ਹਾਂ ਜੋ ਸਾਨੂੰ ਨਾਸ਼ ਕਰਨ ਜਾ ਰਹੀਆਂ ਹਨ। ਨੰਬਰ 2, ਆਪਣੇ ਕੰਮਾਂ ਦੇ ਪ੍ਰਤੀ ਜ਼ਿੰਮੇਵਾਰੀ ਲਵੋ। ਮੈਂ ਲੋਕਾਂ ਨੂੰ ਇਹ ਕਹਿੰਦੇ ਹੋਏ ਸੁਣਦਾ ਹਾਂ ਕਿ ਇੱਕ ਆਦਮੀ ਵੀ ਇਸ ਤਰ੍ਹਾਂ ਨਹੀਂ ਕਰ ਸਕਦਾ। ਜੇ ਤੁਸੀਂ ਵੀ ਇਸ ਸਮੱਸਿਆ ਨਾਲ ਘਿਰੇ ਹੋਏ ਹੋ ਤਾਂ ਤੁਸੀਂ ਵੀ ਇਸ ਨਾਲ ਚੁੰਬੜੇ ਹੋਏ ਹੋ। ਪਰਮੇਸ਼ਰ ਸਹਾਇਤਾ ਕਰੇ, ਇਹ ਸੱਚ ਨਹੀਂ। ਮਾਰਟਿਨ ਲਾਇਡ ਜੋਨਸ, ਜੋ ਕਿ ਇੱਕ ਮਹਾਨ ਲੇਖਕ ਹੈ, ਇਸ ਤਰ੍ਹਾਂ ਆਖਦਾ ਹੈ, ਮੈਂ ਕਿਸੇ ਵੀ ਇੱਕ ਸ਼ਾਸਤਰ ਵਿੱਚ ਇਸ ਤਰ੍ਹਾਂ ਨਹੀਂ ਪੜ੍ਹਿਆ ਕਿ ਕੋਈ ਮੇਰੇ ਪਾਪ ਲੈ ਲਵੇ ਜਾਂ ਉਸ ਚੀਜ਼ ਨੂੰ ਲੈ ਲਵੇ ਜੋ ਮੈਨੂੰ ਨੀਵਾਂ ਕਰਦੀ ਹੈ। ਪਰਮੇਸ਼ਰ ਅੱਗੇ ਪ੍ਰਾਰਥਨਾ ਕਰਨ ਤੋਂ ਰੋਕਦੀ ਹੈ ਅਤੇ ਪਰਮੇਸ਼ਰ ਨੂੰ ਕਹੇ ਮੈਨੂੰ ਇਸ ਤੋਂ ਛੁਟਕਾਰਾ ਦੇਵੇ ਅਤੇ ਵਿਸ਼ਵਾਸ ਕਰ ਸਕਾਂ ਕਿ ਉਹ ਕਰੇਗਾ। ਸਿੱਖਿਆ ਅਕਸਰ ਇਸ ਤਰ੍ਹਾਂ ਜਾਪਦੀ ਹੈ, ਤੁਹਾਨੂੰ ਕਿਸੇ ਵਿਅਕਤੀ ਨੂੰ ਕਹਿਣਾ ਚਾਹੀਦਾ ਹੈ ਜੋ ਕਿਸੇ ਪਾਪ ਤੋਂ ਬਾਰ-ਬਾਰ ਹਾਰ ਰਿਹਾ ਹੈ। ਮੈਂ ਸੋਚਦਾ ਹਾਂ ਕੇਵਲ ਇੱਕ ਹੀ ਆਸ਼ਾ ਹੈ ਕਿ ਤੁਸੀਂ ਉਸ ਨੂੰ ਮਸੀਹ ਕੋਲ ਲੈ ਜਾਵੋ ਅਤੇ ਮਸੀਹ ਉਸ ਨੂੰ ਤੁਹਾਡੇ ਕੋਲ ਲੈ ਆਵੇਗਾ। ਪਰ ਵੇਖੋ, ਸ਼ਾਸਤਰ ਇਫਸੀਆਂ 4:28 ਵਿੱਚ ਇਸ ਤਰ੍ਹਾਂ ਲਿਖਦਾ ਹੈ, ਜੋ ਆਪਣੇ ਆਪ ਨੂੰ ਚੋਰੀ ਦੇ ਅਪਰਾਧ ਦਾ ਦੋਸ਼ੀ ਮੰਨਦਾ ਹੈ, ਇਹ ਆਖਦਾ ਹੈ ਚੋਰੀ ਕਰਨ ਵਾਲਾ ਅਗਾਂਹ ਨੂੰ ਚੋਰੀ ਨਾ ਕਰੇ। ਇਹ ਕਿੰਨੀ ਸਪਸ਼ਟ ਅਤੇ ਸਧਾਰਨ ਗੱਲ ਹੈ ਕਿ ਇਹ ਨਹੀਂ ਹੈ। ਤੁਸੀਂ ਜਾਣਦੇ ਹੋ ਅੱਜ ਦੀ ਭਾਸ਼ਾ ਵਿੱਚ ਇਸ ਦਾ ਕੀ ਮਤਲਬ ਹੈ। ਇਸ ਨੂੰ ਕਰਨਾ ਰੋਕ ਦਿਓ। ਇਹ ਸੌਖਾ ਨਹੀਂ ਹੈ। ਬਾਈਬਲ ਇਸ ਤਰ੍ਹਾਂ ਹੀ ਆਖਦੀ ਹੈ। ਇਹ ਆਖਦੀ ਹੈ ਯਿਸੂ ਦੇ ਕੋਲ ਚਲੇ ਜਾਓ ਅਤੇ ਸਰੀਰਕ ਇੱਛਾ ਪੂਰੀ ਨਾ ਕਰੋ। ਇੱਕ ਸਮੇਂ ਆਏਗਾ ਤੁਸੀਂ ਉਸ ਨੂੰ ਕਰਨਾ ਰੋਕ ਦੇਵੋਗੇ ਜੋ ਤੁਸੀਂ ਕਰਦੇ ਆ ਰਹੇ ਹੋ। ਹੋ ਸਕਦਾ ਹੈ ਤੁਸੀਂ ਆਪਣੀ ਇੱਛਾ ਉੱਤੇ ਰੋਕ ਨਾ ਲਗਾ ਸਕੋ, ਪਰ ਤੁਸੀਂ ਉਹਨਾਂ ਕੰਮਾਂ ਨੂੰ ਰੋਕ ਸਕਦੇ ਹੋ ਜੋ ਤੁਹਾਡੀਆਂ ਅੱਖਾਂ ਦੇ ਜ਼ਰੀਏ ਤੁਹਾਡੇ ਸੋਚ ਦੇ ਦੁਆਰਾ ਤੁਹਾਨੂੰ ਕਰਨ ਲਈ ਆਖਦੀਆਂ ਹਨ। ਜੇ ਤੁਸੀਂ ਇਸ ਤਰ੍ਹਾਂ ਕਰਨ ਲੱਗ ਪੈਂਦੇ ਹੋ ਤਾਂ ਤੁਸੀਂ ਬਹੁਤ ਕੁਝ ਕਰ ਸਕਦੇ ਹੋ। ਇਸ ਲਈ ਕੁਝ ਜ਼ਿੰਮੇਵਾਰੀ ਲਵੋ। ਨੰਬਰ 3, ਪਿਛਲੀਆਂ ਦਿੱਤੀਆਂ ਗਈਆਂ ਚੁਣੌਤੀਆਂ ਦਾ ਧਿਆਨ ਕਰੋ। ਮੈਂ ਲੋਕਾਂ ਨੂੰ ਇੱਕ ਐਡ ਦੱਸਦਾ ਹਾਂ ਜੋ ਲਾਲਚ ਦਾ ਸਾਹਮਣਾ ਕਰਨ ਲਈ ਪਰੇਸ਼ਾਨ ਰਹਿੰਦੇ ਸੀ ਅਤੇ ਮੈਂ ਵੀ ਇਸ ਨੂੰ ਆਪਣਾ ਹੌਸਲਾ ਵਧਾਉਣ ਦੀ ਕੋਸ਼ਿਸ਼ ਕਰਦਾ ਸੀ, ਪਰ ਇਸ ਦਾ ਕੋਈ ਨਾ ਕੋਈ ਹਿੱਸਾ ਮੈਂ ਵੀ ਚੰਗੀ ਤਰ੍ਹਾਂ ਨਹੀਂ ਸਮਝ ਪਾਉਂਦਾ ਸੀ। ਇਸ ਤਰ੍ਹਾਂ ਇਹ ਹਰੇਕ ਵਿਅਕਤੀ ਨਾਲ ਹੁੰਦਾ ਹੈ, ਪਰ ਪਰਮੇਸ਼ਰ ਵਿਸ਼ਵਾਸਯੋਗ ਹੈ। ਉਹ ਤੁਹਾਨੂੰ ਤੁਹਾਡੀ ਸਹਿਣਸ਼ੀਲਤਾ ਤੋਂ ਵੱਧ ਕੇ ਉਹ ਤੁਹਾਨੂੰ ਪ੍ਰੀਖਿਆ ਵਿੱਚ ਨਹੀਂ ਜਾਣ ਦੇਵੇਗਾ, ਪਰ ਤੁਹਾਨੂੰ ਇਸ ਪ੍ਰੀਖਿਆ ਵਿੱਚ ਕੱਢਣ ਲਈ ਰਾਹ ਵੀ ਤਿਆਰ ਕਰੇਗਾ। ਮੈਂ ਸੋਚਦਾ ਰਹਿੰਦਾ ਸੀ ਕਿ ਮੈਨੂੰ ਇਸ ਤੋਂ ਛੁਟਕਾਰੇ ਦਾ ਰਾਹ ਵੀ ਮਿਲੇਗਾ। ਇਹਦਾ ਸਾਹਮਣਾ ਕਿਸ ਤਰ੍ਹਾਂ ਹੋਵੇਗਾ? ਪਰ ਹੁਣ ਮੈਂ ਸਮਝ ਗਿਆ ਹਾਂ, ਸ਼ੁਰੂ ਵਿੱਚ ਹੀ ਜਦ ਇੱਛਾ ਪੈਦਾ ਹੁੰਦੀ ਹੈ, ਸਾਡੇ ਕੋਲ ਇੱਕ ਚੋਣ ਹੁੰਦੀ ਹੈ। ਅਸੀਂ ਸ਼ੁਰੂ ਵਿੱਚ ਹੀ ਇਸ ਦਾ ਇਨਕਾਰ ਸਕਦੇ ਹਾਂ। ਪਰ ਅਕਸਰ ਕੀ ਹੁੰਦਾ ਹੈ, ਸ਼ੁਰੂ ਵਿੱਚ ਵੀ ਜਦ ਇਹ ਇੱਛਾ ਸਾਡੇ ਉੱਤੇ ਪ੍ਰਬਲ ਹੁੰਦੀ ਹੈ ਅਤੇ ਤੁਸੀਂ ਕਹਿੰਦੇ ਹੋ ਨਹੀਂ ਅਤੇ ਤੁਸੀਂ ਜਿੱਤ ਜਾਂਦੇ ਹੋ, ਪਰ ਕੀ ਹੁੰਦਾ ਹੈ ਜਦ ਤੁਸੀਂ ਆਖਦੇ ਹੋ ਇਹ ਕੋਈ ਗੰਭੀਰ ਚੀਜ਼ ਨਹੀਂ, ਤਾਂ ਤੁਸੀਂ ਇਸ ਨੂੰ ਇੱਕਦਮ ਅੱਗੇ ਵਧਣ ਦਾ ਮੌਕਾ ਦਿੰਦੇ ਹੋ। ਤੁਸੀਂ ਹੁਣ ਵੀ ਇਸ ਦੇ ਪ੍ਰਤੀ ਨਹੀਂ ਕਹਿ ਸਕਦੇ ਹੋ, ਪਰ ਹੁਣ ਇਹ ਕੁਝ ਔਖਾ ਹੈ। ਤੁਸੀਂ ਇਹ ਅਹਿਸਾਸ ਕਰੋਗੇ ਕਿ ਇਹ ਹੁਣ ਕੁਝ ਸ਼ਕਤੀਸ਼ਾਲੀ ਹੋ ਗਈ ਹੈ। ਜੇ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਇਹ ਮਜ਼ਬੂਤੀ ਫੜ ਲੈਂਦੀ ਹੈ। ਤੁਸੀਂ ਨਹੀਂ ਜਾਣ ਸਕਦੇ ਕੀ ਕਾਰਨ ਹੈ। ਅੰਤ ਵਿੱਚ, ਜਿਸ ਤਰ੍ਹਾਂ ਮੈਨੂੰ ਕੁਝ ਦਿਨ ਪਹਿਲੇ ਮੈਨੂੰ ਆਖਿਆ, ਮੈਂ ਕਾਰ ਵਿੱਚ ਗਿਆ। ਮੈਂ ਜਾਣਦਾ ਸੀ ਮੈਂ ਕੀ ਕਰ ਰਿਹਾ ਹਾਂ। ਮੈਂ ਜਾਣਦਾ ਸੀ ਇਹ ਗਲਤ ਹੈ ਅਤੇ ਮੈਂ ਸਭ ਕੁਝ ਜਾਣਦਾ ਸੀ ਕੀ ਹੋਣ ਜਾ ਰਿਹਾ ਹੈ। ਫਿਰ ਵੀ ਮੈਂ ਇਹ ਕੀਤਾ। ਮੈਂ ਉਸ ਜਗ੍ਹਾ ਤੇ ਪਹੁੰਚ ਗਿਆ ਜਿੱਥੇ ਮੈਂ ਕਿਸੇ ਚੀਜ਼ ਦੀ ਪਰਵਾਹ ਨਾ ਕੀਤੀ। ਉਹ ਉਸ ਨੂੰ ਰੋਕ ਨਾ ਸਕਿਆ। ਤੁਹਾਡੇ ਕੋਲ ਹਮੇਸ਼ਾ ਸ਼ੁਰੂਆਤ ਵਿੱਚ ਵੀ ਚੁਣੌਤੀ ਦਾ ਚਿੰਨ੍ਹ ਹੁੰਦਾ ਹੈ। ਤੁਸੀਂ ਹਮੇਸ਼ਾ ਕਰਦੇ ਹੋ, ਇਹ ਹਮੇਸ਼ਾ ਸ਼ੁਰੂਆਤ ਹੀ ਹੁੰਦੀ ਹੈ। ਤੁਸੀਂ ਇੱਕ ਰਾਤ ਵਿੱਚ ਹੀ ਨਹੀਂ ਇਸ ਵਿੱਚ ਫਸ ਜਾਂਦੇ। ਇਸ ਤਰ੍ਹਾਂ ਨਹੀਂ ਹੁੰਦਾ ਕਿ ਹੁਣੀ ਹੋਇਆ ਅਤੇ ਸਭ ਕੁਝ ਪੂਰਾ ਹੋ ਗਿਆ। ਹਮੇਸ਼ਾ ਹੀ ਇੱਕ ਸ਼ੁਰੂਆਤੀ ਚਿੰਨ੍ਹ ਹੁੰਦਾ ਹੈ। ਇਸ ਤੋਂ ਹੀ ਕੁਝ ਕੰਮ ਕਰਨ ਦੀ ਸ਼ੁਰੂਆਤ ਹੁੰਦੀ ਹੈ। ਬੇਰਹਿਮ ਬਣੋ, ਬੁਨਿਆਦੀ ਕਦਮ ਚੁੱਕੋ, ਛੇਤੀ ਕਰੋ, ਆਖੋ ਨਹੀਂ। ਅਗਰ ਤੁਸੀਂ ਇਸ ਵਕਤ ਇਸ ਤਰ੍ਹਾਂ ਨਹੀਂ ਆਖੋਗੇ, ਇਹ ਔਖਾ ਹੋ ਜਾਵੇਗਾ ਅਤੇ ਦਿਨ ਪ੍ਰਤੀ ਦਿਨ ਇੰਨਾ ਮਜ਼ਬੂਤ ਹੁੰਦਾ ਜਾਵੇਗਾ ਕਿ ਫਿਰ ਤੁਸੀਂ ਇਸ ਨੂੰ ਇਸ ਤਰ੍ਹਾਂ ਨਹੀਂ ਕਹਿ ਸਕੋਗੇ ਅਤੇ ਦੇਰ ਹੋ ਜਾਵੇਗੀ। ਨੰਬਰ 4, ਪਰਮੇਸ਼ਰ ਦੇ ਵਚਨਾਂ ਨੂੰ ਜ਼ਿਆਦਾ ਪੜ੍ਹਨਾ ਸ਼ੁਰੂ ਕਰੋ। ਤੁਸੀਂ ਜਾਣਦੇ ਹੋ ਕਿ ਮੈਂ ਇਸ ਤਰ੍ਹਾਂ ਹੀ ਕਰਦਾ ਹਾਂ। ਤੁਸੀਂ ਜਾਣਦੇ ਹੋ ਮੈਂ ਹਮੇਸ਼ਾ ਹੀ ਇਸ ਬਾਰੇ ਕਹਿੰਦਾ ਹਾਂ। ਮੈਂ ਆਪਣੇ ਹਰੇਕ ਸੰਦੇਸ਼ ਵਿੱਚ ਕਹਿੰਦਾ ਹਾਂ ਕਿ ਬਾਈਬਲ ਪੜ੍ਹੋ। ਮੈਂ ਇਸ ਬਾਰੇ ਹਠ ਧਰਮੀ ਹਾਂ।
ਮੈਂ ਬਾਈਬਲ ਨੂੰ ਕਈ ਸਾਲਾਂ ਤੋਂ ਪੜ੍ਹ ਰਿਹਾ ਹਾਂ, ਪਰ ਪਿਛਲੇ ਕੁਝ ਸਾਲਾਂ ਤੋਂ ਹੀ ਸਮਝ ਪਾਇਆ ਹਾਂ। ਇੰਨਾ ਹੀ ਕਾਫੀ ਨਹੀਂ, ਜਿਸ ਨੂੰ ਕਰਨ ਦੀ ਮੈਨੂੰ ਜ਼ਰੂਰਤ ਹੈ। ਮੈਨੂੰ ਜ਼ਰੂਰਤ ਹੈ ਹਰ ਰੋਜ਼ ਇਸ ਨੂੰ ਪੜ੍ਹਨ ਲਈ, ਇਸ ਲਈ ਜੋ ਮੈਂ ਆਪਣੀ ਸ਼ਰਧਾ ਦੇ ਪ੍ਰਤੀ ਵਫਾਦਾਰ ਬਣ ਸਕਾਂ। ਮੈਂ ਇਸ ਕਿਤਾਬ ਦੇ ਬਿਨਾਂ ਜੀ ਨਹੀਂ ਸਕਦਾ। ਪਰਮੇਸ਼ਰ ਦੇ ਵਚਨ ਦੀ ਸੱਚਾਈ ਦੇ ਬਿਨਾਂ ਮੈਂ ਇਸ ਗੜਬੜ ਜਗਤ ਵਿੱਚ ਨਹੀਂ ਰਹਿ ਸਕਦਾ। ਕਿਸੇ ਵੀ ਵਿਅਕਤੀ ਨੇ ਮੈਨੂੰ ਅੱਜ ਤੱਕ ਐਸੀ ਗੱਲ ਨਹੀਂ ਦੱਸੀ ਜੋ ਮੈਨੂੰ ਇਸ ਕਿਤਾਬ ਨੇ ਦੱਸੀ ਹੈ। ਕਿਸੇ ਵੀ ਵਿਅਕਤੀ ਨੇ ਨਹੀਂ। ਮੈਂ ਉਹੋ ਜਿਹੀਆਂ ਗੱਲਾਂ ਕਿਤੇ ਹੋਰ ਨਹੀਂ ਪੜ੍ਹ ਸਕਦਾ। ਇਸ ਦੇ ਇਲਾਵਾ ਇਹ ਸੱਚਾਈ ਕਿਤੇ ਹੋਰ ਨਹੀਂ ਲੱਭ ਸਕਦਾ। ਜਦ ਮੈਂ ਇਸ ਨੂੰ ਪਹਾੜੀ ਦੇ ਉੱਤੇ ਦਿੱਤਾ ਗਏ ਉਪਦੇਸ਼ ਦੀ ਤਰ੍ਹਾਂ ਪੜ੍ਹਦਾ ਹਾਂ ਤਾਂ ਇਹ ਇੰਨੀ ਬੁਨਿਆਦੀ ਲੱਗਦੀ ਹੈ ਕਿ ਅੱਜ ਤੱਕ ਜੋ ਮੈਂ ਸੁਣਿਆ ਹੈ ਉਸ ਦੇ ਉਲਟ ਹੁੰਦੀ ਹੈ। ਜੇ ਮੈਂ ਇਹਨੂੰ ਹਰ ਰੋਜ਼ ਪੜ੍ਹਦਾ ਹਾਂ ਤਾਂ ਹੋ ਸਕਦਾ ਹੈ ਮੈਂ ਉਸ ਤਰ੍ਹਾਂ ਹੀ ਕਰਦਾ ਰਹਿੰਦਾ ਜਿਸ ਤਰ੍ਹਾਂ ਦੂਜੇ ਲੋਕ ਕਰਦੇ ਹਨ। ਇਹ ਕਿਤਾਬ ਹੀ ਮੇਰੇ ਦਿਲ ਅਤੇ ਦਿਮਾਗ ਨੂੰ ਸਹੀ ਦਿਸ਼ਾ ਦਿੰਦੀ ਹੈ। ਜਦ ਮੈਂ ਇਸ ਦੀ ਸੱਚਾਈ ਨੂੰ ਸਮਝ ਜਾਂਦਾ ਹਾਂ ਕਿ ਇਸ ਦਾ ਅਰਥ ਕੀ ਹੈ ਅਤੇ ਹੋਰ ਜ਼ਿਆਦਾ ਜ਼ਰੂਰ ਸਮਝਦਾ ਹਾਂ ਕਿ ਇਸ ਗੜਬੜ ਜਗਤ ਨੂੰ ਵੇਖ ਕੇ ਆਪਣਾ ਬਚਾਓ ਕਰ ਸਕਾਂ ਅਤੇ ਇਹ ਹੀ ਇੱਕ ਮਾਰਗ ਹੈ। ਤੇਰੇ ਵਚਨ ਹੀ ਮੇਰੇ ਪੈਰਾਂ ਲਈ ਦੀਪਕ ਹਨ ਅਤੇ ਰਾਹ ਲਈ ਚਾਨਣ। ਪ੍ਰਭੂ ਯਿਸੂ ਮਸੀਹ ਨੇ ਕਲੀਸਿਆ ਲਈ ਪ੍ਰਾਰਥਨਾ ਕੀਤੀ, ਆਪਣੀ ਸੱਚਾਈ ਨਾਲ ਇਹਨਾਂ ਨੂੰ ਪਵਿੱਤਰ ਕਰ, ਤੇਰੇ ਵਚਨ ਹੀ ਸੱਤ ਹਨ। ਇੱਥੇ ਪਵਿੱਤਰ ਸ਼ਬਦ ਦਾ ਅਰਥ ਹੈ ਸਾਫ਼ ਕਰ। ਇੱਕ ਜਵਾਨ ਵਿਅਕਤੀ ਕਿੱਥੇ ਅਤੇ ਕਿਸ ਤਰ੍ਹਾਂ ਆਪਣੇ ਰਾਹ ਨੂੰ ਸਾਫ਼ ਕਰ ਸਕਦਾ ਹੈ? ਤੇਰੇ ਵਚਨਾਂ ਦੇ ਅਨੁਸਾਰ ਸ਼ਰਨ ਲੈ ਕੇ। ਇਹ ਕਿਤਾਬ ਮੇਰੇ ਜੀਵਨ ਨੂੰ ਸਾਫ਼ ਕਰਦੀ ਹੈ। ਮੈਂ ਬਿਨਾਂ ਇਸ ਕਿਤਾਬ ਦੇ ਇਸ ਜਗਤ ਵਿੱਚ ਇਸ ਤਰ੍ਹਾਂ ਨਹੀਂ ਕਰ ਸਕਦਾ, ਨਾ ਹੀ ਤੁਸੀਂ ਕਰ ਸਕਦੇ ਹੋ। ਹੋ ਸਕਦਾ ਹੈ ਤੁਹਾਡੇ ਕੋਲ 5 ਬਾਈਬਲਾਂ ਹੋਣ, ਤੁਹਾਡੇ ਘਰ ਦੇ ਹਰੇਕ ਟੇਬਲ ਤੇ ਬਾਈਬਲ ਪਈ ਹੋਵੇ। ਇਹ ਕਿਤਾਬ ਤੁਹਾਡੀ ਸਹਾਇਤਾ ਨਹੀਂ ਕਰੇਗੀ ਜੇ ਇਸ ਤਰ੍ਹਾਂ ਹੀ ਤੁਹਾਡੇ ਟੇਬਲ ਤੇ ਪਈ ਰਹੇਗੀ। ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਾਂ ਜੋ ਸਭ ਗੱਲਾਂ ਤੋਂ ਉੱਪਰ ਤੁਹਾਡੀ ਸਹਾਇਤਾ ਕਰੇਗੀ। ਹਰ ਰੋਜ਼ ਇੱਕ ਐਸੀ ਜਗ੍ਹਾ ਤੇ ਜਾਣਾ ਸ਼ੁਰੂ ਕਰੋ ਜਿੱਥੇ ਪਰਮੇਸ਼ਰ ਦੇ ਵਚਨਾਂ ਦੀ ਸੱਚਾਈ ਤੁਹਾਡੇ ਦਿਲ ਔਰ ਦਿਮਾਗ ਵਿੱਚ ਜਾ ਸਕੇ। ਮੈਨੂੰ ਇੱਕ ਆਖਰੀ ਚੀਜ਼ ਹੋਰ ਜੋੜਨ ਦਿਓ। ਸੱਚਮੁੱਚ ਇਹ ਮੇਰੇ ਲਈ ਇੱਕ ਨਵੀਂ ਸੋਚ ਹੈ। ਇਸ ਸੋਚ ਦੀ ਸ਼ੁਰੂਆਤ ਮੇਰੇ ਅੰਦਰ ਤਦ ਹੋਈ ਜਦ ਅਸੀਂ ਮੁਕਤੀ ਦਾ ਉਪਦੇਸ਼ ਦੇ ਰਹੇ ਸੀ ਅਤੇ ਮੈਂ ਉਹ ਸੰਦੇਸ਼ ਦੇ ਬਾਰੇ ਸਿਖਾ ਰਿਹਾ ਸੀ ਜੋ ਨੈਤਿਕ ਪਵਿੱਤਰਤਾ ਦੇ ਬਾਰੇ ਗੱਲਬਾਤ ਕਰਦਾ ਹੈ। ਧੰਨ ਉਹ ਜਿਹੜੇ ਸ਼ੁੱਧ ਮਨ ਹਨ ਕਿਉਂ ਜੋ ਪਰਮੇਸ਼ਰ ਨੂੰ ਵੇਖਣਗੇ। ਮੈਂ ਸੱਚਮੁੱਚ ਪਹਿਲਾਂ ਕਦੇ ਵੀ ਇਸ ਨੂੰ ਇਸ ਤਰ੍ਹਾਂ ਜੋੜ ਕੇ ਨਹੀਂ ਵੇਖਿਆ ਸੀ ਜਿਸ ਤਰ੍ਹਾਂ ਕੁਝ ਹਫ਼ਤੇ ਪਹਿਲਾਂ ਹੀ ਦੇਖ ਪਾਇਆ। ਸੱਚਮੁੱਚ ਇਹ ਮੇਰੇ ਲਈ ਇੱਕ ਸ਼ਕਤੀਸ਼ਾਲੀ ਸੱਚਾਈ ਬਣ ਕੇ ਮੇਰੇ ਸਾਹਮਣੇ ਆਈ ਹੈ। ਮੈਂ ਇਸ ਗੱਲ ਦਾ ਦਾਅਵਾ ਨਹੀਂ ਕਰਦਾ ਕਿ ਮੈਂ ਤੁਹਾਨੂੰ ਇੱਕ ਅੱਛੇ ਤਰੀਕੇ ਨਾਲ ਸਮਝਾ ਸਕਿਆ। ਮੈਂ ਇਸ ਨੂੰ ਕਿਸ ਤਰ੍ਹਾਂ ਸਮਝਦਾ ਹਾਂ, ਪਰ ਜੇ ਮੈਂ ਇਸ ਨੂੰ ਆਪਣੇ ਅਸੂਲ ਬਣਾ ਸਕਾਂ ਤਦ ਮੈਂ ਇਸ ਨੂੰ ਇਸ ਤਰ੍ਹਾਂ ਆਖਾਂਗਾ। ਨੰਬਰ 5, ਵੱਡੇ ਪ੍ਰੇਮ ਨੂੰ ਤਾਜ਼ਾ ਕਰਨਾ ਸ਼ੁਰੂ ਕਰੋ। ਤੁਸੀਂ ਆਪਣੇ ਮਨ ਦੀ ਗਲਤ ਭਾਵਨਾ ਨੂੰ ਕਿਸ ਤਰ੍ਹਾਂ ਹਰਾ ਸਕਦੇ ਹੋ? ਤੁਸੀਂ ਅੰਤ ਵਿੱਚ ਇਸ ਨੂੰ ਇੱਕ ਵੱਡੇ ਪ੍ਰੇਮ ਨਾਲ ਹਰਾ ਸਕਦੇ ਹੋ। ਪਰਮੇਸ਼ਰ ਨੇ ਸਾਨੂੰ ਇਹ ਚੀਜ਼ਾਂ ਕਰਨ ਲਈ ਨਹੀਂ ਆਖਿਆ, ਇਸ ਲਈ ਕਿ ਉਹ ਸਾਨੂੰ ਦੰਡ ਦੇਵੇ ਅਤੇ ਖੁਸ਼ਹਾਲੀ ਤੋਂ ਦੂਰ ਰੱਖੇ। ਪਰਮੇਸ਼ਰ ਦਾ ਮਕਸਦ ਇਸ ਗੱਲਬਾਤ ਵਿੱਚ ਜੋ ਅਸੀਂ ਕਰ ਰਹੇ ਹਾਂ ਸਾਫ਼ ਹੈ। ਤੁਸੀਂ ਆਪਣੀ ਸ਼ਾਦੀ ਦੀ ਵਾਚਾ ਦੇ ਅੰਦਰ ਰਹਿੰਦਿਆਂ ਹੋਇਆਂ ਖੁਸ਼ੀ ਮਨਾਓ। ਇਹ ਸਭ ਤੋਂ ਜ਼ਿਆਦਾ ਖੂਬਸੂਰਤ ਚੀਜ਼ ਹੈ ਜੋ ਪਰਮੇਸ਼ਰ ਨੇ ਮਨੁੱਖ ਜਾਤੀ ਨੂੰ ਦਿੱਤੀ। ਪੂਰੇ ਜਗਤ ਵਿੱਚ ਇਸ ਵਰਗੀ ਕੋਈ ਚੀਜ਼ ਨਹੀਂ ਹੈ। ਪਰਮੇਸ਼ਰ ਨੇ ਸਾਨੂੰ ਕਿਉਂ ਆਖਿਆ ਕਿ ਇਹ ਨਾ ਕਰੋ ਅਤੇ ਉਹ ਨਾ ਕਰੋ? ਕਿਉਂਕਿ ਉਹ ਜਾਣਦਾ ਸੀ ਕਿ ਜੇ ਅਸੀਂ ਉਹਨਾਂ ਨੂੰ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਅਸੀਂ ਉਸ ਦੇ ਨਜ਼ਦੀਕ ਜਾਣ ਦੀ ਯੋਗਤਾ ਨੂੰ ਨਾਸ਼ ਕਰਦੇ ਹਾਂ। ਅਸਲ ਮਾਮਲਾ ਤੇ ਪਰਮੇਸ਼ਰ ਨਾਲ ਮੇਲ ਮਿਲਾਪ ਲਈ ਹੈ। ਜਿਸ ਤਰ੍ਹਾਂ ਹੀ ਅਸੀਂ ਪਰਮੇਸ਼ਰ ਨਾਲ ਮੇਲ ਮਿਲਾਪ ਦੀ ਇੱਛਾ ਕਰਦੇ ਹਾਂ, ਕੁਝ ਐਸੀਆਂ ਚੀਜ਼ਾਂ ਦੇ ਬਾਰੇ ਉਹ ਦੱਸਦਾ ਹੈ ਜੇ ਅਸੀਂ ਉਹ ਕਰਦੇ ਹਾਂ ਤਾਂ ਉਹ ਸਾਡੇ ਮੇਲ ਮਿਲਾਪ ਦਾ ਨਾਸ਼ ਕਰ ਦਿੰਦੀਆਂ ਹਨ। ਇਹ ਚੀਜ਼ਾਂ ਸਾਨੂੰ ਪਰਮੇਸ਼ਰ ਨੂੰ ਉਹ ਤਰੀਕੇ ਨਾਲ ਨਹੀਂ ਸਮਝਣ ਦਿੰਦੀਆਂ ਜਿਸ ਤਰ੍ਹਾਂ ਪਰਮੇਸ਼ਰ ਚਾਹੁੰਦਾ ਹੈ ਕਿ ਮੈਨੂੰ ਸਮਝੋ, ਅਤੇ ਅਸੀਂ ਉਹਨੂੰ ਲੰਬੇ ਸਮੇਂ ਤੋਂ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ। ਜਿਸ ਤਰ੍ਹਾਂ ਜ਼ਿਆਦਾ ਅਤੇ ਹੋਰ ਜ਼ਿਆਦਾ ਪਰਮੇਸ਼ਰ ਨਾਲ ਸੰਬੰਧ ਬਣਾਉਣ ਦੀ ਤੀਬਰ ਇੱਛਾ ਕਰਦੇ ਹਾਂ ਤਾਂ ਕਿ ਮੈਂ ਉਸ ਨੂੰ ਜਾਣ ਸਕਾਂ ਅਤੇ ਉਹ ਮੈਨੂੰ ਜਾਣ ਸਕੇ ਅਤੇ ਉਸ ਨੂੰ ਸਮਝ ਸਕਾਂ, ਉਸ ਦੇ ਪ੍ਰੇਮ ਦਾ ਅਹਿਸਾਸ ਕਰ ਸਕਾਂ, ਉਸ ਨੂੰ ਪਿਆਰ ਕਰ ਸਕਾਂ। ਪਰ ਜੇ ਮੈਂ ਉਹਨਾਂ ਚੀਜ਼ਾਂ ਵਿੱਚ ਲੱਗਾ ਰਹਿੰਦਾ ਹਾਂ ਜਿਸ ਬਾਰੇ ਪਰਮੇਸ਼ਰ ਆਖਦਾ ਹੈ ਤੁਹਾਨੂੰ ਨਹੀਂ ਕਰਨਾ ਚਾਹੀਦਾ, ਇਹ ਸਾਡੇ ਮੇਲ ਮਿਲਾਪ ਨੂੰ ਚੱਟ ਕਰ ਜਾਂਦੀਆਂ ਹਨ। ਇਹ ਮੇਰੇ ਲਈ ਉਸ ਤੱਕ ਪਹੁੰਚਣ ਵਿੱਚ ਰੋੜਾਂ ਬਣ ਜਾਂਦੀਆਂ ਹਨ। ਤੁਹਾਡੇ ਵਿੱਚੋਂ ਕਿੰਨੇ ਲੋਕ ਜਾਣਦੇ ਹਨ ਕਿ ਪਾਪ ਤੁਹਾਨੂੰ ਇਸ ਕਿਤਾਬ ਤੋਂ ਦੂਰ ਰੱਖਦਾ ਹੈ, ਜਾਂ ਇਹ ਕਿਤਾਬ ਤੁਹਾਨੂੰ ਪਾਪ ਤੋਂ ਦੂਰ ਰੱਖਦੀ ਹੈ? ਤੁਹਾਡੇ ਵਿੱਚੋਂ ਕਿੰਨੇ ਲੋਕ ਜਾਣਦੇ ਹਨ ਕਿ ਜਦ ਤੁਸੀਂ ਉਹ ਕਰਦੇ ਹੋ ਜੋ ਤੁਹਾਨੂੰ ਨਹੀਂ ਕਰਨਾ ਚਾਹੀਦਾ ਅਤੇ ਤੁਸੀਂ ਇਸ ਦਾ ਮੁਕਾਬਲਾ ਵੀ ਨਹੀਂ ਕਰਦੇ, ਤਾਂ ਇਹ ਸੱਚਮੁੱਚ ਪਰਮੇਸ਼ਰ ਕੋਲ ਜਾਣਾ ਔਖਾ ਹੋ ਜਾਂਦਾ ਹੈ ਅਤੇ ਉਸ ਦੀ ਨਜ਼ਦੀਕੀ ਦਾ ਅਹਿਸਾਸ ਨਹੀਂ ਹੁੰਦਾ।
ਪਰਮੇਸ਼ਵਰ ਨਹੀਂ ਹਿਲਦਾ, ਤੁਹਾਨੂੰ ਹੀ ਹਿੱਲਣਾ ਪੈਣਾ ਹੈ। ਮਾਮਲਾ ਇਹ ਹੈ ਕਿ ਜਦ ਤੁਸੀਂ ਪਾਪ ਵਿੱਚ ਪੈ ਕੇ ਪਰਮੇਸ਼ਵਰ ਤੋਂ ਦੂਰ ਚਲੇ ਜਾਂਦੇ ਹੋ, ਤੁਸੀਂ ਉਸ ਨਾਲ ਪ੍ਰੇਮ ਸੰਬੰਧ ਨਹੀਂ ਜਾਣ ਸਕਦੇ, ਜਿਸ ਦੀ ਤੁਸੀਂ ਇੱਛਾ ਕਰਦੇ ਹੋ ਕਿ ਤੁਹਾਨੂੰ ਉਹ ਘੱਟ ਪਿਆਰ ਕਰਦਾ ਹੈ। ਨਹੀਂ, ਪਰ ਤੁਸੀਂ ਉਸ ਨਾਲ ਆਪਣੀ ਸਹਿਭਾਗਤਾ ਲਈ ਮੇਲ ਮਿਲਾਪ ਨਾਸ਼ ਨਾ ਕਰੋ। ਮੈਂ ਤੁਹਾਨੂੰ ਫਰੂਕੋਸ ਮਾਰਕੇ ਦੇ ਬਾਰੇ ਦੱਸ ਕੇ ਯਾਦ ਕਰਾਉਣਾ ਚਾਹੁੰਦਾ ਹਾਂ, ਜਿਸ ਨੇ ਕਿਤਾਬ ਲਿਖੀ ਜਿਸ ਦਾ ਨਾਮ ਸੀ ਮੈਂ ਕੀ ਵਿਸ਼ਵਾਸ ਕਰਦਾ ਹਾਂ। ਉਸ ਨੇ ਇੱਕ ਕਿਤਾਬ ਵਿੱਚ ਆਖਿਆ, ਜਿਸ ਤਰ੍ਹਾਂ ਹੀ ਮੈਂ ਪ੍ਰਭੂ ਦੇ ਨਾਲ ਚੱਲਣ ਦੇ ਬਾਰੇ ਗੱਲਬਾਤ ਕਰਦਾ ਹਾਂ, ਉਹ ਵਰਣਨ ਕਰਦਾ ਹੈ ਕਿ ਸਾਡੇ ਦੁਆਰਾ ਪਵਿੱਤਰਤਾ ਲਈ ਜੋ ਤਰਕ ਵਿਤਰਕ ਹੁੰਦਾ ਹੈ ਉਹ ਨਕਾਰਾਤਮਕ ਹੁੰਦਾ ਹੈ। ਪਵਿੱਤਰ ਸਮਝੋ ਜਾਂ ਦੋਸ਼ੀ ਸਮਝੋ, ਕਿਸੇ ਦਿਨ ਤੁਹਾਡੀ ਸ਼ਾਦੀ ਟੁੱਟ ਗਈ ਜਾਂ ਤੁਹਾਨੂੰ ਦੰਡ ਮਿਲੇਗਾ, ਪਰ ਮੁਕਤੀ ਤੁਹਾਨੂੰ ਸਹੀ ਤਰੀਕੇ ਨਾਲ ਸਕਾਰਾਤਮਕ ਤਰਕ ਵਿਤਰਕ ਵੱਲ ਇਸ਼ਾਰਾ ਕਰਦੀ ਹੈ, ਜੋ ਕਿ ਬਾਈਬਲ ਦੇ ਅਨੁਸਾਰ ਪਾਪ ਦੀ ਵਿਆਖਿਆ ਹੈ। ਪਾਪ ਉਹਨਾਂ ਗੱਲਾਂ ਦੀ ਸੂਚੀ ਨਹੀਂ ਜੋ ਮਾਮੂਲੀ ਗੁੱਸਾ ਦਿਵਾਉਣ ਵਾਲੀਆਂ ਗੱਲਾਂ ਹਨ। ਉਸ ਦੇ ਕੋਲ ਉਹਨਾਂ ਚੀਜ਼ਾਂ ਦੀ ਵਿਆਖਿਆ ਹੈ ਜੋ ਛਿਪੀਆਂ ਹੋਈਆਂ ਹਨ ਅਤੇ ਤੁਹਾਡੇ ਆਤਮਿਕ ਤਰੱਕੀ ਦੀ ਰੁਕਾਵਟਾਂ ਹਨ। ਅਸੀਂ ਉਹਨਾਂ ਵਿੱਚੋਂ ਇੱਕ ਹੋ ਸਕਦੇ ਹਾਂ ਅਤੇ ਦੁੱਖ ਉਠਾ ਸਕਦੇ ਹਾਂ ਜੇ ਅਸੀਂ ਆਪਣੇ ਚਰਿੱਤਰ ਨੂੰ ਗਵਾ ਦੇਣ ਦਾ ਪਾਪ ਕਰਦੇ ਹਾਂ, ਅਤੇ ਪਰਮੇਸ਼ਰ ਦੀ ਸਮਾਨਤਾ ਸਾਨੂੰ ਬਚਾ ਸਕਦੀ ਹੈ ਅਸੀਂ ਜੇ ਇਸ ਦਾ ਪਾਲਣ ਕੀਤਾ ਹੁੰਦਾ। ਇਸ ਲਈ ਜਦ ਲਾਲਸਾ ਆਂਦੀ ਹੈ, ਇੱਕ ਸੋਚ ਹੈ, ਪ੍ਰਭੂ ਮੈਂ ਤੈਨੂੰ ਪ੍ਰੇਮ ਕਰਦਾ ਹਾਂ ਅਤੇ ਮੈਂ ਜਾਣਦਾ ਹਾਂ ਜੇ ਮੈਂ ਇਸ ਤਰ੍ਹਾਂ ਕਰਦਾ ਹਾਂ ਤਾਂ ਇਸ ਨੂੰ ਬੰਦ ਕਰਨਾ ਔਖਾ ਹੋ ਜਾਵੇਗਾ। ਪ੍ਰਭੂ ਮੈਂ ਇਸ ਨੂੰ ਨਹੀਂ ਕਰਨ ਜਾ ਰਿਹਾ, ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ। ਹਰੇਕ ਵਿਅਕਤੀ ਜੇ ਇੰਜ ਸੋਚੇ ਤਾਂ ਸ਼ਾਦੀ ਦੀ ਵਾਚਾ ਕਦੇ ਨਹੀਂ ਟੁੱਟ ਸਕਦੀ। ਉਸ ਨੂੰ ਆਪਣੇ ਮਨ ਵਿੱਚ ਆਪਣੀ ਪਤਨੀ ਅਤੇ ਆਪਣੇ ਬੱਚਿਆਂ ਦੀ ਤਸਵੀਰ ਦੇਖਦੇ ਹੋਏ ਸੋਚਣਾ ਚਾਹੀਦਾ ਹੈ, ਪ੍ਰਭੂ ਮੈਂ ਇਹਨਾਂ ਨੂੰ ਪਿਆਰ ਕਰਦਾ ਹਾਂ, ਮੈਂ ਇਹ ਨਹੀਂ ਕਰਾਂਗਾ ਕਿਉਂਕਿ ਇਸ ਨਾਲ ਇਹਨਾਂ ਨੂੰ ਚੋਟ ਪਹੁੰਚੇਗੀ। ਅਸੀਂ ਉਸ ਤਰ੍ਹਾਂ ਦੇ ਨਹੀਂ ਰਹਾਂਗੇ। ਪਰਮੇਸ਼ਰ ਲਈ ਵੀ ਇਹ ਸੱਤ ਹੈ। ਜਦ ਅਸੀਂ ਕੁਝ ਐਸਾ ਕੰਮ ਕਰਦੇ ਹਾਂ ਜੋ ਪਰਮੇਸ਼ਰ ਦੇ ਪਵਿੱਤਰ ਦਰਜੇ ਦਾ ਉਲੰਘਣ ਕਰਦਾ ਹੈ, ਇਹ ਸਾਡੇ ਲਈ ਪਰਮੇਸ਼ਰ ਨਾਲ ਸੰਬੰਧ ਬਣਾਉਣਾ ਔਖਾ ਕਰ ਦਿੰਦਾ ਹੈ। ਇਸ ਲਈ ਕਈ ਚੀਜ਼ਾਂ ਸਹੀ ਹਨ ਜੋ ਅਸੀਂ ਕਰ ਸਕਦੇ ਹਾਂ। ਪਰਮੇਸ਼ਰ ਨਾਲ ਆਪਣੇ ਨਜ਼ਦੀਕੀ ਸੰਬੰਧ ਵਿਕਸਿਤ ਕਰੋ। ਪਰਮੇਸ਼ਰ ਲਈ ਆਪਣੇ ਪ੍ਰੇਮ ਨੂੰ ਵਿਸ਼ੇਸ਼ ਬਣਾ ਲਵੋ ਤਾਂ ਕਿ ਕੋਈ ਚੀਜ਼ ਜੋ ਇਸ ਦੀ ਰੁਕਾਵਟ ਵਿੱਚ ਆਏ, ਅਸੀਂ ਉਸ ਨੂੰ ਆਉਂਦਿਆਂ ਹੋਇਆ ਵੇਖ ਸਕੀਏ ਅਤੇ ਕਹੀਏ, ਕਿਸੇ ਹਾਲਤ ਵਿੱਚ ਅੱਜ ਨਹੀਂ, ਪਰਮੇਸ਼ਰ ਲਈ ਮੇਰਾ ਪ੍ਰੇਮ ਮਹਾਨ ਹੈ। ਅਸੀਂ ਅੱਜ ਇਹਨਾਂ ਗੱਲਾਂ ਨੂੰ ਨਹੀਂ ਸੁਣਦੇ। ਮੈਂ ਇਸ ਗੱਲ ਦਾ ਯਕੀਨ ਨਹੀਂ ਕਰਦਾ ਕਿ ਮੈਂ ਜਾਣਦਾ ਹਾਂ ਕਿ ਹਮੇਸ਼ਾ ਹੀ ਮੈਂ ਪਰਮੇਸ਼ਰ ਲਈ ਆਪਣੇ ਪ੍ਰੇਮ ਦਾ ਵਿਕਾਸ ਕਰ ਰਿਹਾ ਹਾਂ, ਪਰ ਆਪਣੇ ਜੀਵਨ ਵਿੱਚ ਪਰਮੇਸ਼ਰ ਦੇ ਅਨੁਗ੍ਰਹਿ ਦੁਆਰਾ ਇਸ ਦੀ ਖੋਜ ਲਈ ਪਿਆਸ ਲੱਗੀ ਰਹੀ। ਆਮੀਨ। ਦਰਸ਼ਕੋ, ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਅਧਿਐਨ ਸਮਝ ਆਇਆ ਹੋਵੇਗਾ ਅਤੇ ਤੁਸੀਂ ਸਾਰਿਆਂ ਨੇ ਇਸ ਦਾ ਬਹੁਤ ਸਾਰਾ ਆਤਮਿਕ ਲਾਭ ਪ੍ਰਾਪਤ ਕੀਤਾ ਹੋਵੇਗਾ। ਸਾਡੇ ਅੱਜ ਦੇ ਅਧਿਐਨ ਦੇ ਵਿੱਚ ਅਸੀਂ ਲਾਲਸਾ ਦੇ ਬਾਰੇ ਗੌਰ ਕਰ ਰਹੇ ਸੀ। ਅਸੀਂ ਜਾਣਿਆ ਕਿ ਅੱਜ ਦਾ ਸੰਸਾਰ ਲਾਲਸਾ ਨਾਲ ਭਰਿਆ ਹੋਇਆ। ਅੱਜ ਦੇ ਮਨੁੱਖ ਦੇ ਲਈ ਇਹ ਇੱਕ ਆਮ ਗੱਲ ਹੈ, ਪਰ ਯਿਸੂ ਜੀ ਨੇ ਇਸ ਨੂੰ ਟਾਲਿਆ ਨਹੀਂ। ਇਸ ਕਰਕੇ ਸਾਨੂੰ ਵੀ ਇਸ ਨੂੰ ਟਾਲਣਾ ਨਹੀਂ ਚਾਹੀਦਾ। ਸਾਨੂੰ ਇਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਸੀਂ ਜਾਣਿਆ ਕਿ ਸਾਨੂੰ ਲਾਲਸਾ ਦੇ ਪ੍ਰਤੀ ਜਾਗਰੂਕ ਰਹਿਣ ਦੀ ਲੋੜ ਹੈ। ਲਾਲਸਾ ਇੱਕ ਅਜਿਹੀ ਤੀਬਰ ਇੱਛਾ ਹੈ ਜਿਸ ਦੇ ਵਿੱਚ ਤਤਕਾਲ ਸੰਤੁਸ਼ਟੀ ਦੀ ਜ਼ਰੂਰਤ ਹੁੰਦੀ ਹੈ। ਆਪਣੇ ਸਵਾਰਥ ਦੀ ਪੂਰਤੀ ਦੇ ਲਈ ਕੀਤੀ ਗਈ ਲਾਲਸਾ ਹਮੇਸ਼ਾ ਖਤਰਨਾਕ ਹੁੰਦੀ ਹੈ। ਲਾਲਸਾ ਉਹ ਤੀਬਰ ਇੱਛਾ ਹੈ ਜਿਸ ਦੇ ਵਿੱਚ ਲੋਕ ਬੁਰੀ ਤਰ੍ਹਾਂ ਫਸ ਜਾਂਦੇ ਹਨ ਅਤੇ ਇਸ ਦੇ ਗੁਲਾਮ ਬਣ ਜਾਂਦੇ ਹਨ। ਲਾਲਸਾ ਉਹ ਚੀਜ਼ ਹੈ ਜੋ ਕਿਸੇ ਵੀ ਮਨੁੱਖ ਨੂੰ ਨਾਸ਼ ਕਰ ਸਕਦੀ ਹੈ ਜੋ ਇਸ ਦਾ ਅਭਿਆਸ ਕਰਦਾ ਹੈ। ਸ਼ੁਰੂ ਵਿੱਚ ਇੱਕ ਸਧਾਰਨ ਜਿਹੀ ਗੱਲ ਲੱਗਦੀ ਹੈ, ਪਰ ਜਦੋਂ ਇਹ ਵੱਧ ਜਾਂਦੀ ਹੈ ਤਾਂ ਇਸ ਤੋਂ ਛੁਟਕਾਰਾ ਪਾਉਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਲਾਲਸਾ ਦੀ ਧਾਰ ਬਹੁਤ ਤੇਜ਼ ਹੈ। ਇਸ ਦੇ ਵਿੱਚ ਫਸ ਕੇ ਸਿਰਫ ਲੋਕ ਹੀ ਨਾਸ਼ ਨਹੀਂ ਹੁੰਦੇ, ਸਗੋਂ ਕਲੀਸਿਆਵਾਂ ਵੀ ਨਾਸ਼ ਹੋ ਸਕਦੀਆਂ ਹਨ। ਸਾਨੂੰ ਇਸ ਦੇ ਨਾਲ ਸਖਤੀ ਦੇ ਨਾਲ ਨਜਿੱਠਣ ਦੀ ਲੋੜ ਹੈ। ਇਸ ਦੇ ਲਈ ਅਸੀਂ ਕੁਝ ਮਹੱਤਵਪੂਰਨ ਫੈਸਲਿਆਂ ਬਾਰੇ ਜਾਣਿਆ, ਜਿਸ ਦੇ ਦੁਆਰਾ ਅਸੀਂ ਆਪਣੀ ਬੁਰੀਆਂ ਲਾਲਸਾਵਾਂ ਦੇ ਉੱਤੇ ਕਾਬੂ ਪਾ ਸਕਦੇ ਹਾਂ। ਜਿਵੇਂ ਕਿ ਇਸ ਦੇ ਮੂਲ ਸੰਬੰਧੀ ਕਦਮ ਹੁਣੇ ਹੀ ਚੁੱਕੋ। ਇਸ ਦੇ ਲਈ ਇੰਤਜ਼ਾਰ ਨਾ ਕਰੋ। ਆਪਣੇ ਕੰਮ ਦੇ ਪ੍ਰਤੀ ਜ਼ਿੰਮੇਵਾਰੀ ਲਓ। ਪੂਰਬ ਵਿੱਚ ਦਈਆਂ ਗਈਆਂ ਚੇਤਾਵਨੀਆਂ ਤੇ ਧਿਆਨ ਦਿਓ।
ਪਰਮੇਸ਼ਵਰ ਦੇ ਵਚਨ ਨੂੰ ਜ਼ਿਆਦਾ ਤੋਂ ਜ਼ਿਆਦਾ ਪੜ੍ਹਨਾ ਸ਼ੁਰੂ ਕਰੋ। ਵੱਡੇ ਪ੍ਰੇਮ ਨੂੰ ਤਾਜ਼ਾ ਕਰਨਾ ਸ਼ੁਰੂ ਕਰੋ। ਦੋਸਤੋ, ਅਸੀਂ ਤੁਹਾਡਾ ਸਭਨਾਂ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹੇ। ਸਾਨੂੰ ਵਿਸ਼ਵਾਸ ਹੈ ਕਿ ਤੁਸੀਂ ਇਹਨਾਂ ਵਚਨਾਂ ਦਾ ਲਾਭ ਪ੍ਰਾਪਤ ਕਰ ਰਹੇ ਹੋਗੇ। ਹੁਣ ਸਾਨੂੰ ਇਜਾਜ਼ਤ ਦਿਓ, ਅਸੀਂ ਆਪਣੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਮੁਲਾਕਾਤ ਕਰਾਂਗੇ। ਆਓ ਪ੍ਰਾਰਥਨਾ ਕਰੀਏ। ਸਾਡੇ ਮਹਾਨ ਪ੍ਰੇਮੀ ਪਰਮੇਸ਼ਵਰ, ਸਾਡੇ ਤੇ ਕਿਰਪਾ ਕਰਨ ਵਾਲੇ ਪਰਮੇਸ਼ਵਰ, ਸਾਨੂੰ ਪ੍ਰੀਖਿਆਵਾਂ ਤੋਂ ਬਚਾਉਣ ਵਾਲੇ ਪਰਮੇਸ਼ਵਰ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਅੱਜ ਦੇ ਇਸ ਵਚਨ ਵਾਸਤੇ, ਜਿਸ ਦੇ ਵਿੱਚ ਤੁਸੀਂ ਪ੍ਰਭੂ ਜੀ ਲਾਲਸਾ ਦੇ ਬਾਰੇ ਸਾਨੂੰ ਸਿਖਾਇਆ। ਪ੍ਰਭੂ ਜੀ ਉਹ ਸਾਰੀ ਲਾਲਸਾਵਾਂ ਜਿਹੜੀਆਂ ਸਾਡੇ ਅੰਦਰ ਪ੍ਰਭੂ ਜੀ ਇੱਕ ਪ੍ਰਭੂ ਜੀ ਤੀਬਰ ਇੱਛਾ ਪੈਦਾ ਕਰਦੀਆਂ ਹਨ, ਉਹਨਾਂ ਸਾਰੀਆਂ ਲਾਲਸਾਵਾਂ ਨੂੰ ਪ੍ਰਭੂ ਜੀ ਅਸੀਂ ਸੰਤੁਸ਼ਟ ਕਰਨ ਵਾਸਤੇ ਜਦ ਆਪਣਾ ਪੂਰਾ ਜ਼ੋਰ ਲਗਾ ਦਿੰਦੇ ਹਨ ਪ੍ਰਭੂ, ਇਸ ਤਰ੍ਹਾਂ ਦੀਆਂ ਲਾਲਸਾਵਾਂ ਸਾਨੂੰ ਨਾ ਸਿਰਫ ਤੁਹਾਡੇ ਤੋਂ ਦੂਰ ਕਰਦੀਆਂ ਬਲਕਿ ਸਾਨੂੰ ਪਾਪ ਦੇ ਵਿੱਚ ਵੀ ਫਸਾ ਦਿੰਦੀਆਂ ਹਨ। ਪ੍ਰਭੂ ਜੀ ਤੁਸੀਂ ਆਪਣੇ ਵਚਨ ਦੇ ਦੁਆਰਾ ਸਾਡੇ ਨਾਲ ਗੱਲਬਾਤ ਕੀਤੀ, ਸਾਨੂੰ ਸਿਖਾਇਆ ਕਿ ਅਗਰ ਸਾਡੇ ਜੀਵਨ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਚੀਜ਼ ਪਨਪ ਰਹੀ ਹੈ ਤਾਂ ਸਾਨੂੰ ਹੁਣੇ ਹੀ ਉਸ ਦੇ ਲਈ ਕਦਮ ਚੁੱਕਣ ਦੀ ਲੋੜ ਹੈ, ਸਾਨੂੰ ਹੁਣੇ ਹੀ ਉਸ ਨੂੰ ਰੋਕ ਦੇਣ ਦੀ ਲੋੜ ਹੈ। ਪਿਆਰੇ ਪ੍ਰਭੂ, ਅਸੀਂ ਸਿੱਖਿਆ ਕਿ ਲਾਲਸਾਵਾਂ ਨੂੰ ਰੋਕਣ ਵਾਸਤੇ ਸਾਨੂੰ ਤੁਹਾਡੀ ਬਾਣੀ ਨੂੰ ਜ਼ਿਆਦਾ ਤੋਂ ਜ਼ਿਆਦਾ ਪੜ੍ਹਨਾ ਚਾਹੀਦਾ ਹੈ। ਸਾਡੇ ਜਿਹੜੇ ਵੱਡੇ ਬਜ਼ੁਰਗ ਜਿਨ੍ਹਾਂ ਨੇ ਸਾਨੂੰ ਪਿਤਾ ਪਰਮੇਸ਼ਰ ਲਾਲਸਾ ਬਾਰੇ ਚੇਤਾਵਨੀਆਂ ਦਿੱਤੀਆਂ, ਅਸੀਂ ਉਹਨਾਂ ਚੇਤਾਵਨੀਆਂ ਨੂੰ ਯਾਦ ਕਰਕੇ ਲਾਲਸਾ ਤੋਂ ਭੱਜ ਸਕਦੇ ਹਾਂ। ਪਿਤਾ ਜੀ, ਇਸ ਸੁੰਦਰ ਵਚਨ ਵਾਸਤੇ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਔਰ ਜਿੰਨੇ ਵੀ ਸਾਡੇ ਦਰਸ਼ਕ ਅੱਜ ਇਸ ਪ੍ਰੋਗਰਾਮ ਨੂੰ ਦੇਖ ਰਹੇ ਹਨ, ਪਿਤਾ ਪਰਮੇਸ਼ਵਰ ਉਹਨਾਂ ਦੇ ਵਿੱਚ ਇੱਕ ਆਤਮਿਕ ਚਰਿੱਤਰ ਦਾ ਨਿਰਮਾਣ ਹੋਏ ਔਰ ਸੰਸਾਰਿਕ ਲਾਲਸਾ ਤੋਂ ਦੂਰ ਹੋਣ ਔਰ ਪ੍ਰਭੂ ਜੀ ਤੁਹਾਡੀ ਲਾਲਸਾ ਵਿੱਚ ਪਿਤਾ ਪਰਮੇਸ਼ਰ ਵੱਧਦੇ ਚਲੇ ਜਾਣ। ਪਿਆਰੇ ਪਿਤਾ ਪਰਮੇਸ਼ਰ, ਸਾਡੇ ਸਾਰੇ ਦਰਸ਼ਕਾਂ ਨੂੰ ਬੜੀ ਆਸ਼ੀਸ਼ ਅਤੇ ਬਰਕਤ ਦਿਓ। ਯਿਸੂ ਨਾਸਰੀ ਜੀ ਦੇ ਨਾਂ 'ਚ ਮੰਗਦੇ ਹਾਂ, ਆਮੀਨ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।